2011 'ਚ ਨਾਵਲ ਆਇਆ ਸੀਗਾ ਨਿਰਵਾਣ, ਜਿਸਨੂੰ ਸਾਹਿਤ ਅਕਾਡਮੀ, ਭਾਰਤੀ ਸਾਹਿਤ ਅਕਾਡਮੀ ਨੇ, ਔਰ ਇਹਦੇ 'ਚ ਮੈਂ ਕੋਸ਼ਿਸ਼ ਕੀਤੀ ਕਿ ਆਪਣੇ ਆਪ ਨੂੰ ਨਵੇਂ ਤਰੀਕੇ ਨਾਲ ਦੇਖ ਸਕਾਂ, ਔਰ ਇੱਕ ਤਰ੍ਹਾਂ ਦਾ ਇਹ ਰੀਵਾਈਟਲਾਈਜੇਸ਼ਨ ਹੈ ਤੁਹਾਡੀ ਪਰਸਨੈਲਿਟੀ ਦੀ। ਤੁਹਾਨੂੰ ਨਵੇਂ ਰੂਪ 'ਚ ਆਪਣੇ ਆਪ ਨੂੰ ਮੈਟਾਮੋਰਫੋਸਿਸ ਕਰਕੇ ਨਵੇਂ ਜੀਣਾ ਹੁੰਦਾ। ਜ਼ਿੰਦਗੀ ਇੰਨੀ ਤੇਜ਼ ਹੋ ਗਈ ਹੈ ਸ਼ਾਇਦ, ਤਾਂ ਇਨਸਾਨ ਆਪਣੇ ਕੰਮਾਂ ਕਾਰਾਂ ਦੀ ਕਾਹਲ ਵਿੱਚ ਆਪਣੇ ਆਪ ਨੂੰ ਹੀ ਪਿੱਛੇ ਛੱਡ ਜਾਂਦਾ। ਪੁਰਾਤਨ ਪੱਧਤੀ ਦੇ ਵਿੱਚ ਲੋਕ ਤਪੱਸਿਆ ਕਰਦੇ ਸੀ, ਸਾਧਨਾ ਕਰਦੇ ਸੀ, ਉਹ ਮੁਕਤੀ ਦੀ ਸਾਧਨਾ ਸੀ। ਕਵਿਤਾ ਵੀ ਤੁਹਾਨੂੰ ਮੁਕਤ ਕਰਦੀ ਹੈ। ਕਵਿਤਾ ਦੀ ਬਹੁਤ ਵੱਡੀ ਸਿਫਤ ਹੈ ਇਹ ਕਵਿਤਾ ਬੀਤੇ ਨੂੰ ਲੈ ਕੇ ਤੁਰਦੀ ਹੈ, ਲੇਕਿਨ ਬੀਤੇ ਲਈ ਕਿਤੇ ਵੀ ਭਾਵੁਕ ਨਹੀਂ। ਇਹ ਪੱਕਾ ਲੱਕੜ ਬੱਗੇ ਤੋਂ ਨਹੀਂ, ਜੰਗਲ ਉਸਦੇ ਖੌਫ ਤੋਂ ਡਰਿਆ। ਉੱਥੇ ਲਿਜਾ ਰਹੇ ਹਾਂ ਮਾਂ, ਜਿੱਥੋਂ ਕਦੇ ਨਹੀਂ ਕੋਈ ਪਰਤਿਆ। ਨੁਆ ਧੁਆ ਲਪੇਟ ਕੋਰਾ ਕੱਪੜਾ, ਲੱਕੜੀ ਦੇ ਤਖਤੇ ਤੇ ਜਦ ਰਹੇ ਲਿਟਾ। ਦਿਸਿਆ ਤਿੱਖਾ ਕਿੱਲ ਬਾਹਰ ਨਿਕਲਿਆ। ਤਿਤਲੀ ਅਸਲ 'ਚ ਹੁੰਦਾ ਹੈ ਫੁੱਲ ਹੀ ਰੰਗ ਬਰੰਗਾ, ਪੌਦੇ ਤੋਂ ਮੁਕਤ ਹੋ ਜੋ ਉੱਡਦਾ ਰਹਿੰਦਾ ਹਵਾਵਾਂ 'ਚ। ਬਹੁਤ ਅੱਛੀ, ਬਹੁਤ ਰਹਿੰਦਾ ਮੰਡਰਾਉਂਦਾ ਫੁੱਲਾਂ ਫਲਾਂ ਪੱਤਿਆਂ ਤੇ। ਸੰਤਰਾ ਕਹਿ ਰਿਹਾ ਕਿੰਨੂ ਨੂੰ, ਤੂੰ ਬਹੁਤਾ ਆਪਣੇ ਰਸ ਤੇ ਰੰਗ ਤੇ ਗਰੂਰ ਨਾ ਕਰ। ਮੈਂ ਵੀ, ਤੂੰ ਵੀ ਮੇਰੇ ਚੋਂ ਹੀ ਨਿਕਲਿਆ, ਜਿਵੇਂ ਹਿੰਦੂਆਂ ਚੋਂ ਸਿੱਖ। ਪਾਠਕ ਵਾਂਗ ਕਿਤਾਬ ਦੀ ਵੀ ਹੁੰਦੀ ਮਰਜ਼ੀ, ਕਦੋਂ ਕਿਵੇਂ ਕਿੱਥੇ ਕਿਸ ਕੋਲੋਂ ਪੜ੍ਹ। ਪਾਠਕ ਵਾਂਗ ਕਿਤਾਬ ਦੀ ਵੀ ਹੁੰਦੀ ਹੈ ਮਰਜ਼ੀ, ਕਦੋਂ ਕਿੱਥੇ ਕਿਵੇਂ ਕਿਸ ਕੋਲ ਪੜ੍ਹ ਹੋਣਾ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਮਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਹਿਤ ਸੰਗ। ਜਦੋਂ ਕਿਤਾਬ ਦੀ ਮੁਹੱਬਤ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਆਪਣਾ ਹੀ ਇੱਕ ਨਸ਼ਾ, ਆਪਣਾ ਹੀ ਇੱਕ ਸਰੂਰ ਹੁੰਦਾ। ਹਰ ਇੱਕ ਸਾਹਿਤ ਦੇ ਵਿੱਚ ਕਿੰਨੇ ਹੀ ਲੇਖਕਾਂ ਦੇ ਵੱਲੋਂ ਲਗਾਤਾਰ ਸਾਹਿਤ ਜਿਹੜਾ ਸਿਰਜਿਆ ਜਾ ਰਿਹਾ, ਪਰ ਸਾਹਿਤ ਉਹੀ ਕਾਮਯਾਬ ਹੁੰਦਾ ਜੋ ਲੋਕਾਂ ਦੀ ਜ਼ੁਬਾਨ 'ਤੇ, ਲੋਕਾਂ ਦੇ ਜ਼ਿਹਨ ਵਿੱਚ, ਦਿਲਾਂ ਵਿੱਚ ਆਪਣੇ ਆਪ ਸਮੋ ਜਾਂਦਾ। ਹਰ ਰੋਜ਼ ਕਿੰਨੀ ਹੀ ਕਿਤਾਬਾਂ ਲਿਖੀਆਂ ਜਾਂਦੀਆਂ ਨੇ, ਪਰ ਵਾਕਿਆ ਹੀ ਇਹ ਕਿਤਾਬ ਦੀ ਵੀ ਮੁਹੱਬਤ ਹੁੰਦੀ ਹੈ ਕਿ ਉਸਨੇ ਕਿਸ ਪਾਠਕ ਦੇ ਹੱਥ ਵਿੱਚ ਜਾਣਾ ਅਤੇ ਕਦੋਂ ਪੜ੍ਹਿਆ ਜਾਣਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਮੋਹਨ ਸਿੰਘ ਜੀ ਉਹਨਾਂ ਦੇ ਨਾਲ, ਜੋ ਸੀਨੀਅਰ IPS ਅਧਿਕਾਰੀ ਨੇ, ਪਰ ਲੰਮੇ ਅਰਸੇ ਤੋਂ ਸਾਹਿਤ ਵਿਧਾ ਦੇ ਨਾਲ ਜੁੜੇ ਹੋਏ ਨੇ। ਸੋ ਆਪਣੀ ਮਸ਼ਰੂਫੀਅਤ ਵਿੱਚੋਂ ਉਹਨਾਂ ਦਾ ਜਿਹੜਾ ਸ਼ਬਦਾਂ ਨਾਲ ਪਿਆਰ ਹੈ ਉਸ ਕੱਢਦੇ ਨੇ ਅਤੇ ਕਿੰਨੀਆਂ ਹੀ ਕਿਤਾਬਾਂ ਉਹਨਾਂ ਨੇ ਦਰਸ਼ਕ ਪਾਠਕਾਂ ਦੀ ਝੋਲੀ ਪਾਈਆਂ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਨਵੀਂ ਆਈ ਜਿਹੜੀ ਕਿਤਾਬ ਹੈ ਕਲਪ ਬਿਰਖ ਦੀ ਅਧੂਰੀ ਪਰੀ ਕਥਾ, ਉਹਦੇ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਪ੍ਰੋਗਰਾਮ ਸਾਹਿਤ ਸੰਗ ਵਿੱਚ। ਮੋਹਨ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਤੇ ਸਵਾਗਤ ਕਰਦੇ ਹਾਂ ਪ੍ਰੋਗਰਾਮ ਸਾਹਿਤ ਸੰਗ ਵਿੱਚ। ਅਤੇ ਜਦੋਂ ਤੁਹਾਡੀ ਜਿਹੜੀ ਕਿਤਾਬ ਦੇ ਪਹਿਲਾ ਵਰਕਾ ਫੋਲਦੇ ਹਾਂ ਤਾਂ ਉਹਦੇ ਵਿੱਚ ਦਿਖਦਾ ਵੀ ਤੁਹਾਡਾ ਜਿਹੜਾ ਕਲਮ ਦਾ ਸਫ਼ਰ ਹੈ 1982 ਦਾ ਸ਼ੁਰੂ ਹੋਇਆ ਹੋਇਆ, ਅਤੇ ਹਰ ਇੱਕ ਵਿਧਾ, ਚਾਹੇ ਉਹ ਕਾਵਿ ਦੀ ਹੋਵੇ, ਨਾਵਲ ਹੋਵੇ, ਆਲੋਚਨਾ ਦੇ ਖੇਤਰ ਦੀ ਹੋਵੇ, ਅਨੁਵਾਦ ਹੋਵੇ, ਤੁਸੀਂ ਸਭ ਉੱਤੇ ਜਿਹੜਾ ਲਿਖਿਆ। ਅਤੇ ਗੱਲ ਹੁੰਦੀ ਵੀ ਇਨਸਾਨ ਭਾਵੇਂ ਇੱਕ ਹੈ ਪਰ ਉਹਦੇ ਅੰਦਰ 8-9 ਇਨਸਾਨ ਹੋਰ ਹੁੰਦੇ ਨੇ, ਸ਼ਖਸੀਅਤਾਂ ਹੁੰਦੀਆਂ ਨੇ। ਕਈ ਵਾਰ ਹੁੰਦੀ ਹੈ ਇੱਕ ਸ਼ਖਸੀਅਤ ਲੋਕਾਂ ਦੇ ਵਿੱਚ ਜ਼ਿਆਦਾ ਮਕਬੂਲ ਹੋ ਜਾਂਦੀ ਹੈ ਅਤੇ ਲੋਕ ਉਹਨੂੰ ਉਹ ਚੀਜ਼ ਨਾਲ ਜਾਣਨ ਲੱਗ ਜਾਂਦੇ ਨੇ। ਹੁਣ ਜਿਵੇਂ ਤੁਸੀਂ ਇੱਕ ਸੀਨੀਅਰ IPS ਅਧਿਕਾਰੀ ਹੋ ਤਾਂ ਉਹਦੇ ਵਿੱਚ ਇੱਕ ਦਾਇਰਾ ਤੁਹਾਡਾ ਜਾਣ ਪਛਾਣ ਦਾ ਬਹੁਤ ਵੱਧ ਜਾਂਦਾ, ਪਰ ਉਸ ਵਿੱਚੋਂ ਵੀ ਤੁਹਾਡੇ ਕੋਲ ਸੂਖਮਤਾ ਹੋਣੀ ਚਾਹੀਦੀ ਆ ਸਾਹਿਤ ਨਾਲ ਜੁੜਨ ਦੇ ਲਈ। ਨਹੀਂ, ਕਈ ਵਾਰ ਸਿਸਟਮ ਆ ਸ਼ਾਇਦ ਉੱਥੋਂ ਸੂਖਮਤਾ ਖੋਹ ਲੈਂਦਾ, ਪਰ ਫਿਰ ਵੀ ਇਹ ਬੜਾ ਹੀ ਜਿਹੜਾ ਕੋਮਲ ਜਿਹਾ ਵਿਸ਼ਾ। ਸੋ ਅੱਜ ਤੁਹਾਡੀਆਂ ਹੋਰ ਕਿਤਾਬਾਂ ਦੇ ਵੀ ਕਿਸੇ ਦਿਨ ਗੱਲਬਾਤ ਕਰਾਂਗੇ, ਪਰ ਅੱਜ ਦਾ ਮੇਰਾ ਮਕਸਦ ਤੁਹਾਡੀ ਜਿਹੜੀ ਹਾਲ ਹੀ ਵਿੱਚ ਕਿਤਾਬ ਆਈ ਹੈ ਕਲਪ ਬਿਰਖ ਦੀ ਅਧੂਰੀ ਪਰੀ ਕਥਾ, ਇਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਤਾਬ ਦੇ ਸਾਨੂੰ ਥੋੜ੍ਹਾ ਜਿਹਾ ਬਾਰੇ ਜਾਣਕਾਰੀ ਦਿਓ। ਮੇਰੀ ਇਹ 12ਵੀਂ ਕਵਿਤਾ ਦੀ ਕਿਤਾਬ ਹੈ ਜੀ। ਮੂਲ ਰੂਪ 'ਚ ਮੈਂ ਕਵੀ ਹਾਂ, ਪਰ ਮੈਂ ਨਾਵਲ ਵੀ ਲਿਖੇ ਜੀ। ਮੇਰਾ 2011 'ਚ ਨਾਵਲ ਆਇਆ ਸੀਗਾ ਨਿਰਵਾਣ, ਜਿਸਨੂੰ ਸਾਹਿਤ ਅਕਾਡਮੀ, ਭਾਰਤੀ ਸਾਹਿਤ ਅਕਾਡਮੀ ਨੇ ਪੁਰਸਕ੍ਰਿਤ ਕੀਤਾ ਜੀ। ਔਰ ਇੱਕ ਮੇਰਾ ਨਵਾਂ ਨਾਵਲ ਆ ਰਿਹਾ ਹੈ ਸਹਿਜ ਗੁਫਾ ਮੇ ਆਸਣ। ਇਹ ਮੇਰੇ ਖਿਆਲ ਹੋਰ 4-5 ਮਹੀਨੇ ਦੇ ਵਿੱਚ ਪਾਠਕਾਂ ਦੇ ਹੱਥਾਂ 'ਚ ਹੋਵੇਗਾ। ਇਹ ਕਿਤਾਬ ਜਿਹੜੀ ਹੈ ਮੇਰੀ
ਜਿਹਨੂੰ ਕਹਿ ਸਕਦੇ ਹਾਂ ਕਿ ਪਿਛਲੇ 4-5 ਸਾਲ 'ਚ ਲਿਖੀਆਂ ਕਵਿਤਾਵਾਂ ਦੀ ਕਿਤਾਬ ਹੈ। ਔਰ ਇਹਦੇ 'ਚ ਮੈਂ ਕੋਸ਼ਿਸ਼ ਕੀਤੀ ਕਿ ਆਪਣੇ ਆਪ ਨੂੰ ਨਵੇਂ ਤਰੀਕੇ ਨਾਲ ਦੇਖ ਸਕਾਂ ਔਰ ਉਸ ਨਵੇਂ ਤਰੀਕੇ ਨਾਲ ਆਪਣੇ ਗਿਰਦ ਫੈਲੇ ਜਿਹੜੇ ਵਰਤਾਰੇ ਨੇ ਉਸ ਨੂੰ ਸਮਝ ਸਕਾਂ ਜੀ। ਜਿਸ ਤਰ੍ਹਾਂ ਤੁਸੀਂ ਆਖਿਆ ਕਿ ਹਰ ਬੰਦੇ ਦੇ ਅੰਦਰ ਕਈ ਬੰਦੇ ਪਏ ਹੁੰਦੇ ਨੇ, ਕਈ ਫੈਕਲਟੀਜ਼ ਪਈਆਂ ਹੁੰਦੀਆਂ ਜੀ। ਉਹ ਵਕਤ ਦੇ ਨਾਲ ਹੌਲੀ ਹੌਲੀ ਉਹ ਕੁਝ ਫੈਕਲਟੀ ਡੋਰਮੈਂਟਸ ਹੋ ਜਾਂਦੀਆਂ, ਕੁਝ ਨਵੇਂ ਰੂਪ 'ਚ ਫਿਰ ਉਦੇ ਹੋ ਜਾਂਦੀਆਂ, ਇਮਰਜ ਹੋ ਜਾਂਦੀਆਂ ਜੀ। ਸੋ ਇੱਕ ਇਹ ਕੁਦਰਤੀ ਵਰਤਾਰਾ ਹੈ, ਕਿਉਂਕਿ ਇਨਸਾਨ ਜਿਹੜਾ ਉਹ ਕੁਦਰਤ ਦੀ ਬਹੁਤ ਵੱਡੀ ਮੈਨੀਫੈਸਟੇਸ਼ਨ ਹੈ। ਪਰ ਸਮਾਜ 'ਚ ਰਹਿੰਦਿਆਂ ਉਹ ਕੁਦਰਤ ਆਪਣਾ ਕੁਦਰਤੀਪਨ ਜਿਹੜਾ ਹੈ ਉਹਦਾ ਪ੍ਰਦੂਸ਼ਿਤ ਹੋਣਾ ਸ਼ੁਰੂ ਹੋ ਜਾਂਦਾ ਹੈ ਉਸ ਸਮੇਂ। ਔਰ ਜਿਹੜੀ ਉਹਦੀ ਜਿਹੜੀ ਓਰੀਜਨੈਲਿਟੀ ਹੈ, ਜਿਹੜਾ ਉਹਦਾ ਮੂਲਤਵ ਹੈ, ਜਿਹੜਾ ਮਨੁੱਖਤਾ ਦਾ, ਉਹ ਕਿਤੇ ਕਿਤੇ ਉਹਦੇ 'ਚ ਵਿਰੂਪਣ ਸ਼ੁਰੂ ਹੋ ਜਾਂਦਾ ਹੈ। ਪਰ ਇਹ ਕਵਿਤਾ ਜਿਹੜੀ ਸਾਹਿਤ ਹੈ ਉਹ ਤੁਹਾਨੂੰ ਉਸ ਨੂੰ ਦੁਬਾਰਾ ਰੀਵਿਜ਼ਿਟ ਔਰ ਰੀਐਸਟੈਬਲਿਸ਼ ਕਰਨ ਦਾ ਮੌਕਾ ਦਿੰਦੀ ਹੈ, ਕਿਉਂਕਿ ਕਵਿਤਾ ਹੀ ਇੱਕ ਐਸਾ ਮਾਧਿਅਮ ਹੈ ਜਿਹਦੇ 'ਚ ਤੁਸੀਂ ਆਪਣੇ ਆਪ ਨਾਲ ਤਾਂ ਸੱਚੇ ਹੁੰਦੇ ਹੀ ਹੋ, ਸਮਾਜ ਔਰ ਆਲੇ ਦੁਆਲੇ ਜਿਹੜਾ ਸਾਰਾ ਵਰਤਾਰਾ ਹੈ, ਚਾਹੇ ਉਹ ਕੁਦਰਤੀ ਹੈ ਜਾਂ ਗੈਰ ਕੁਦਰਤੀ ਹੈ, ਉਹਦੇ ਨਾਲ ਤੁਸੀਂ ਸੱਚੇ ਹੋਣਾ ਹੁੰਦਾ ਹੈ ਜੀ। ਔਰ ਇੱਕ ਤਰ੍ਹਾਂ ਦਾ ਇਹ ਰੀਵਾਈਟਲਾਈਜੇਸ਼ਨ ਹੈ ਤੁਹਾਡੀ ਪਰਸਨੈਲਿਟੀ ਦੀ, ਤੁਹਾਨੂੰ ਨਵੇਂ ਰੂਪ 'ਚ ਆਪਣੇ ਆਪ ਨੂੰ ਮੈਟਾਮੋਰਫੋਸਿਸ ਕਰਕੇ ਨਵੇਂ ਜੀਣਾ ਹੁੰਦਾ, ਕਿਉਂਕਿ ਕੋਈ ਵੀ ਵਰਤਾਰਾ ਜਿਹੜਾ ਹੈਗਾ ਉਹ ਸਥਿਰ ਨਹੀਂ ਹੈ, ਆਪਣੇ ਆਪ 'ਚ ਨਿਰੰਤਰ ਪਰਿਵਰਤਿਤ ਹੋ ਰਿਹਾ ਹੈ, ਨਿਰੰਤਰ ਉਹਦਾ ਮੈਟਾਮੋਰਫੋਸਿਸ ਹੋ ਰਿਹਾ ਹੈ। ਸੋ ਇਹ ਕਿਤਾਬ ਵੀ ਮੇਰੀ ਜਿਹੜੀ ਪੋਇਟਿਕ ਜਿਹੜੀ ਸੈਂਸਿਬਿਲਿਟੀ ਹੈ ਉਹਦਾ ਇੱਕ ਨਵਾਂ ਮੈਟਾਮੋਰਫੋਸਿਸ ਜਿਹੜਾ ਹੈਗਾ ਉਹ ਰੂਪ ਹੈ ਜੀ। ਇਹਦੇ 'ਚ ਮੈਂ ਕੋਸ਼ਿਸ਼ ਕੀਤੀ ਹੈ ਕਿ ਜੀਵਨ ਦੇ ਸਾਰੇ ਹੀ ਪੱਖ ਨੂੰ ਇੱਕ ਲੇਟੈਸਟ, ਜਿਹੜਾ ਨਵਾਂ ਤਾਂ ਕੁਛ ਵੀ ਨਵਾਂ ਨਹੀਂ ਹੁੰਦਾ, ਕਿਉਂਕਿ ਹਰ ਪਲ ਜਿਹੜਾ ਬਦਲ ਰਿਹਾ ਉਹ ਹਰ ਪਲ ਨਵਾਂ ਹੈ, ਪਰ ਮੈਂ ਜਿਹੜਾ ਆਪਣਾ ਅਦਿੱਤਨ ਜਿਹੜਾ ਹੈਗਾ, ਜਿਹਨੂੰ ਅਸੀਂ ਕਹਿ ਸਕਦੇ ਲੇਟੈਸਟ ਜਿਹੜਾ ਸਰੂਪ ਹੈ ਕਵਿਤਾ ਨੂੰ ਸਮਝਣ ਦਾ ਔਰ ਕਵਿਤਾ ਨੂੰ ਜੀਵਨ ਦਾ, ਉਸ ਨੂੰ ਮੈਂ ਇਹਦੇ 'ਚ ਪੇਸ਼ ਕਰਨ ਦੀ ਕੋਸ਼ਿਸ਼ ਜੀ। ਮੇਰੇ ਸਾਹਮਣੇ ਵਰਕੇ ਫੁੱਲ ਇੱਕ ਸਾਹਮਣੇ ਤੁਹਾਡੀ ਜਿਹੜੀ ਕਵਿਤਾ, ਇੱਕ ਮਿਲਣ, ਬੜੇ ਦਿਨਾਂ ਬਾਅਦ ਉਹ ਮਿਲਿਆ, ਭਾਵੇਂ ਇਸ ਦੌਰਾਨ ਮੇਰੇ ਨਾਲ ਹੀ ਸੀ ਉਹ, ਸ਼ਾਇਦ ਮੈਂ ਆਪਣੇ ਕੋਲ ਨਹੀਂ ਸਾਂ, ਕਿੱਥੇ ਸਾਂ ਮੈਂ, ਉਹ ਤਾਂ ਚੰਗੀ ਤਰ੍ਹਾਂ ਜਾਣਦਾ, ਕਿਉਂ ਨਾ ਜਾਣ ਸਕਿਆ ਮੈਂ, ਪੇਸ਼ ਗੁੰਝਲ ਨਿਰੰਤਰ। ਮਤਲਬ ਜ਼ਿੰਦਗੀ ਇੰਨੀ ਤੇਜ਼ ਹੋ ਗਈ ਹੈ ਸ਼ਾਇਦ, ਤਾਂ ਇਨਸਾਨ ਆਪਣੇ ਕੰਮਾਂ ਕਾਰਾਂ ਦੀ ਕਾਹਲ ਵਿੱਚ ਆਪਣੇ ਆਪ ਨੂੰ ਹੀ ਪਿੱਛੇ ਛੱਡ ਜਾਂਦਾ, ਉਹਨੂੰ ਆਪਣੀ ਜ਼ਿੰਦਗੀ ਨਾਲੋਂ ਸ਼ਾਇਦ ਉਹਨੂੰ ਕੰਮ ਦੇ ਰੁਝੇਵੇਂ ਜ਼ਿਆਦਾ ਔਖਾ ਜ਼ਰੂਰੀ ਹੋ ਜਾਂਦੇ ਨੇ, ਤਾਂ ਉਹ ਆਪਣੇ ਆਪ 'ਚ ਗਵਾਚ ਜਾਂਦਾ ਵੀ ਮੈਂ ਕੌਣ ਹਾਂ। ਪਰ ਜਦੋਂ ਜ਼ਿੰਦਗੀ ਰੁਕਦੀ ਆ ਫਿਰ ਉਹਨੂੰ ਲੱਗਦਾ ਵੀ ਕਲਮ ਨਾਲ ਮੈਂ ਕੁਝ ਇਹ ਜਿਹੜੇ ਮੇਰੇ ਜਜ਼ਬਾਤ ਨੂੰ ਲਿਖਤਾ ਦੇਵਾਂ, ਕਿਉਂਕਿ ਸ਼ਾਇਦ ਉਹਦੇ ਕੋਲ ਸੁਣਨ ਵਾਲੇ ਨਹੀਂ ਹੁੰਦੇ। ਇਹੋ ਹੀ ਹੈ ਕਿ ਦੇਖੋ ਕਿ ਜੋ ਕੁਝ ਵੀ ਵਾਪਰ ਰਿਹਾ ਹੈ ਉਹ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ ਜੀ, ਬੜੀ ਬੇਵਸੀ ਹੈ। ਉਹ ਜਦੋਂ ਇਹ ਬੇਵਸੀ ਆਪਣੀ ਅੱਤ ਤੇ ਪਹੁੰਚ ਜਾਂਦੀ ਹੈ, ਫਿਰ ਉਸ ਨੂੰ ਕੋਈ ਨਾ ਕੋਈ ਮਾਧਿਅਮ ਦੀ ਤਲਾਸ਼ ਹੁੰਦੀ ਹੈ ਕਿ ਮੈਂ ਇਸ ਤੋਂ ਮੁਕਤ ਕਿੱਦਾਂ ਹੋਵਾਂ ਜੀ। ਕਵਿਤਾ ਵੀ ਇੱਕ ਮੁਕਤ ਹੋਣ ਦਾ ਮਾਧਿਅਮ ਹੈ। ਜਿਸ ਤਰ੍ਹਾਂ ਪੁਰਾਤਨ ਪੱਧਤੀ ਦੇ ਵਿੱਚ ਲੋਕ ਤਪੱਸਿਆ ਕਰਦੇ ਸੀ, ਸਾਧਨਾ ਕਰਦੇ ਸੀ ਜੀ, ਉਹ ਮੁਕਤੀ ਦੀ ਸਾਧਨਾ ਸੀ। ਕਵਿਤਾ ਵੀ ਤੁਹਾਨੂੰ ਮੁਕਤ ਕਰਦੀ ਹੈ, ਲਿਬਰੇਟ ਕਰਦੀ ਹੈ। ਲਿਬਰੇਟ ਦੇ ਨਾਲ ਨਾਲ ਉਹ ਤੁਹਾਨੂੰ ਇਕੁਏਟ ਵੀ ਕਰਦੀ ਹੈ ਜੀ, ਦੂਜਿਆਂ ਨਾਲ ਜੋੜਦੀ ਵੀ ਹੈ, ਬਰਾਬਰਤਾ ਦੇ ਨਾਲ ਲਿਆਉਂਦੀ, ਕਿਉਂਕਿ ਤੁਸੀਂ ਲੋਕਾਂ ਨਾਲ ਕਵਿਤਾ ਤੁਸੀਂ ਆਪਣੇ ਵਾਸਤੇ ਤਾਂ ਲਿਖ ਹੀ ਰਹੇ ਹੁੰਦੇ ਹੋ, ਦੂਜਿਆਂ ਵਾਸਤੇ ਵੀ ਲਿਖ ਰਹੇ ਹੁੰਦੇ ਹੋ ਕਿ ਮੇਰੇ ਤਜਰਬੇ ਨੂੰ, ਮੇਰੇ ਅਨੁਭਵ ਨੂੰ ਮੈਂ ਸਾਰਵਭੌਮਿਕ ਕਿੱਦਾਂ ਕਰਾਂ, ਯੂਨੀਵਰਸਲਾਈਜ਼ ਕਿੱਦਾਂ ਕਰਾਂ ਜੀ, ਪਾਠਕ ਤੱਕ ਕਿੱਦਾਂ ਪਹੁੰਚੇ। ਔਰ ਜਿਹੜੀਆਂ ਵਿਡੰਬਨਾਵਾਂ 'ਚੋਂ ਜਾਂ ਜਿਹੜੇ ਸੰਕਟਾਂ 'ਚੋਂ ਮੈਂ ਨਿਕਲਿਆ, ਪਾਠਕ ਉਹਦੇ ਤੋਂ ਕਿਤੇ ਸਜਗ ਹੋ ਕੇ ਆਪਣਾ ਜੀਵਨ ਜੀਵੇ ਜੀ। ਅਤੇ ਮੋਹਨ ਜੀ, ਅੱਜ ਤੁਹਾਡੇ ਸਾਹਿਤਕਾਰ ਦੋਸਤ ਵੀ ਆਏ ਹੋਏ ਨੇ, ਅਤੇ ਨਿੱਠ ਕੇ ਫਿਰ ਗੱਲ ਕਰਦੇ ਹਾਂ ਤੁਹਾਡੀ ਕਿਤਾਬ ਦੇ ਉੱਤੇ ਅਤੇ ਸੁਣਦੇ ਉਹਨਾਂ ਨੂੰ। ਥੈਂਕ ਯੂ ਜੀ। ਵਿਜ਼ਨ ਪੰਜਾਬ ਦੇਖਣ ਵਾਲੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ।
ਅੱਜ ਅਸੀਂ ਜਿਸ ਕਿਤਾਬ ਦੀ ਵਿਚਾਰ ਚਰਚਾ ਕਰਾਂਗੇ ਉਹ ਹੈ ਡਾਕਟਰ ਮਨਮੋਹਨ ਦੀ 12ਵੀਂ ਕਾਵਿ ਕਿਤਾਬ ਕਲ ਵਿਰਖ ਦੀ ਅਧੂਰੀ ਪਰੀ ਕਥਾ। ਸਾਡੇ ਵਿੱਚ ਵਿਚਾਰ ਚਰਚਾ ਵਿੱਚ ਸ਼ਾਮਲ ਨੇ ਖੁਦ ਲੇਖਕ ਡਾਕਟਰ ਮਨਮੋਹਨ, ਸ਼੍ਰੀ ਗੁਲਜਹਾਨ ਜੀ ਜੋ ਆਪ ਬਹੁਤ ਵਧੀਆ ਕਵਿਤਾ ਲਿਖਦੇ ਨੇ ਤੇ ਸਾਡੇ ਵੱਡੇ ਕਹਾਣੀਕਾਰ ਨੇ, ਗੁਰਦੇਵ ਚੌਹਾਨ ਜੀ ਕੈਨੇਡਾ ਪ੍ਰਵਾਸ ਕਰਦੇ ਨੇ ਤੇ ਬਹੁਤ ਅੱਛੀ ਇਹਨਾਂ ਦੀ ਕਵਿਤਾ ਹੈ। ਤੇ ਸਭ ਤੋਂ ਪਹਿਲਾਂ ਮੈਂ ਗੁਰਦੇਵ ਚੌਹਾਨ ਜੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਡਾਕਟਰ ਮਨਮੋਹਨ ਦੀ ਜਿਹੜੀ ਕਵਿਤਾ ਹੈ ਉਹਦੇ ਬਾਰੇ, ਉਹਨਾਂ ਦੀ ਕਿਸ ਤਰ੍ਹਾਂ ਦੀ ਉਹਨਾਂ ਨੇ ਪੜਤ ਨੂੰ ਲਿਆ, ਉਹਦੇ ਬਾਰੇ ਕੁਝ ਗੱਲ ਕਰਨਗੇ। ਡਾਕਟਰ ਮਨਮੋਹਨ ਹੋਰਾਂ ਦੀ ਕਿਤਾਬ ਜਿਹੜੀ ਹੈ ਮੈਂ ਬਹੁਤ ਅੱਛੀ ਤਰ੍ਹਾਂ ਪੜ੍ਹੀ ਹੈ ਤੇ ਇਹਦੇ ਵਿੱਚ ਜਿੰਨੀਆਂ ਵੀ ਨਜ਼ਮਾਂ ਹੈਗੀਆਂ, ਇਹਨਾਂ ਇੱਕ ਤਾਂ ਪਹਿਲੀ ਗੱਲ ਹੈ ਕਿ ਇਹਨਾਂ ਨੇ ਜਿਹੜਾ ਇੱਕ ਖੜੋਤ ਹੈਗੀ ਹੈ ਪੰਜਾਬੀ ਦੇ ਵਿੱਚ ਜਿਹੜੀ ਵਿਚਾਰਾਂ ਨੂੰ ਲੈ ਕੇ ਤੇ ਸ਼ਬਦਾਂ ਦੇ ਵਿੱਚ ਕਿਸ ਤਰ੍ਹਾਂ ਵਿਚਾਰਾਂ ਦਾ ਕੀ ਯੋਗਦਾਨ ਹੋਵੇ ਉਹਨੂੰ ਲੈ ਕੇ ਜਿਹੜਾ ਖੜੋਤ ਜੀ ਹੈਗੀ ਹੈ ਉਹਨੂੰ ਦੂਰ ਕੀਤਾ ਤੇ ਇਹਨੇ ਵਿਚਾਰਾਂ ਦਾ ਇੱਕ ਨਵਾਂ ਪ੍ਰਵਾਹ ਹੈ ਬਿਲਕੁਲ ਸਹੀ, ਜਿਹੜਾ ਕਿਸ ਤਰ੍ਹਾਂ ਮਤਲਬ ਤੁਹਾਨੂੰ ਜਿਹੜੀ ਸ਼ਬਦ ਜਿਹੜੇ ਹੈਗੇ ਆ ਉਹ ਵਿਚਾਰਾਂ ਨੂੰ ਇੱਕ ਸੇਧ ਦਿੰਦੇ ਆ ਬਿਲਕੁਲ। ਤੇ ਇਹਨਾਂ ਦੀਆਂ ਨਜ਼ਮਾਂ ਵੈਸੇ ਮੈਂ ਇਹਨਾਂ ਨੂੰ ਤਿੰਨ ਤਰ੍ਹਾਂ ਦੀਆਂ ਖਾਸ ਤੌਰ 'ਤੇ ਨਜ਼ਮਾਂ ਹੈਗੀਆਂ ਇਹਦੇ 'ਚ। ਇੱਕ ਤਾਂ ਹੈਗੀ ਜਿਹੜਾ ਬਚਪਨ ਦੇ ਬਾਰੇ ਇਹਨਾਂ ਦੀਆਂ ਯਾਦਾਂ ਹੈਗੀਆਂ ਉਹਨਾਂ ਦੇ ਬਾਰੇ ਹੈ ਜੀ। ਉਹ ਬਚਪਨ ਜਿਹੜਾ ਜਿੰਨਾ ਸਮਾਂ ਬੀਤ ਗਿਆ ਉਹਦੇ ਨਾਲ ਸਗੋਂ ਜ਼ਿਆਦਾ ਉਗੜਦਾ। ਕਈ ਦਫਾ ਬਚਪਨ ਜਿਹੜਾ ਹੈਗਾ ਉਹ ਮੌਜੂਦਾ ਜਿਹੜਾ ਹੁਣ ਸਾਡੀ ਜ਼ਿੰਦਗੀ ਹੈ ਇਹਦੇ ਨਾਲੋਂ ਜ਼ਿਆਦਾ ਉਹਦਾ ਜਿਹੜਾ ਸਾਨੂੰ ਸੱਚ ਜਿਹੜਾ ਸਾਹਮਣੇ ਆਉਂਦਾ ਜਾਂ ਉਹਦਾ ਇੱਕ ਜਿਹੜਾ ਦ੍ਰਿਸ਼ ਜਿਹੜਾ ਸਾਹਮਣੇ ਆਉਂਦਾ। ਤੇ ਇਹਨਾਂ ਦਾ ਬਚਪਨ ਜਿਹੜਾ ਉਹਦੇ ਵਿੱਚ ਦਾਦੀ ਮਾਂ ਹੈ, ਨਾਨੀ ਹੈ, ਪਿੰਡ ਦੇ ਵਿੱਚ ਜਾਣਾ ਹੈ, ਪਿੰਡ ਦੇ ਵਿੱਚ ਗੁੱਡੀ ਜਿਹੜੀ ਰਜਾਈਆਂ ਲੋਈ ਬੜੀ ਅੱਛੀ ਨਜ਼ਮ ਸਲਾਈ ਵਾਲੀ ਉਹ ਬਹੁਤ ਅੱਛੀ ਨਜ਼ਮ ਹੈ। ਉਹਦੇ ਵਿੱਚ ਇਹਨਾਂ ਨੇ ਕਬੀਰ ਦੀ ਲੋਈ ਉਹਦਾ ਵੀ ਜ਼ਿਕਰ ਕੀਤਾ। ਤੇ ਇੱਕ ਤਾਂ ਹੈਗਾ ਉਹ ਜਿਹੜੀਆਂ ਯਾਦਾਂ ਜਿਹੜੀਆਂ ਹੈਗੀਆਂ ਬਚਪਨ ਦੀਆਂ ਉਹਨਾਂ ਦੇ ਨਾਲ। ਅੱਛਾ, ਇਕੱਲਾ ਬਚਪਨ ਦੇ ਪਿੰਡ ਦੀਆਂ ਯਾਦਾਂ ਨਹੀਂ, ਜਿਹੜਾ ਹੋਰ ਜਿਹੜਾ ਮਿੱਤਰ ਦੋਸਤ ਉਦੋਂ ਦੇ ਸੀਗੇ ਉਹਨਾਂ ਦੇ ਨਾਲ ਜਿਹੜਾ ਮਿਲਣਾ ਰਿਹਾ ਤੇ ਕਿੱਦਾਂ ਉਹ ਹੁਣ ਵੀ ਉਹਦੇ ਵਿੱਚ ਇੱਦਾਂ ਲੱਗਦਾ ਕਿ ਜਿਸ ਤਰ੍ਹਾਂ ਹੁਣ ਵੀ ਉਹ ਪਾਰਟੀਸਪੇਟ ਕਰ ਰਿਹਾ ਹੈ ਬਿਲਕੁਲ। ਅੱਛਾ, ਇੱਕ ਦੂਜੀਆਂ ਨਜ਼ਮਾਂ ਹੈਗੀਆਂ ਇਹਨਾਂ ਦੀਆਂ, ਵੈਸੇ ਪਿਆਰ ਨਜ਼ਮਾਂ ਵੀ ਦੋ ਹੈਗੀਆਂ, ਦੋ ਤਿੰਨ ਤੇ ਉਹਦੇ ਵਿੱਚ ਇਹਨਾਂ ਨੇ ਜਿਹੜਾ ਸੈਲਫ ਜਿਹੜਾ ਹੈਗਾ ਕਿ ਜਿਹੜਾ ਇੱਕ ਦੂਜੇ ਦੇ ਵਿੱਚ ਦੋ ਯੂਨਿਟਾਂ ਹੁੰਦੀਆਂ ਨਾ ਕਿ ਮੈਂ ਤੇ ਤੂੰ, ਉਹਦਾ ਜਿਹੜਾ ਫਰਕ ਜਿਹੜਾ ਹੈਗਾ ਉਹਨੇ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਸੈਲਫ ਜਿਹੜਾ ਹੈਗਾ ਉਹਦੀ ਅਫੇਸਮੈਂਟ, ਮਤਲਬ ਪ੍ਰੇਮਿਕਾ ਦੇ ਵਿੱਚ ਵੀ ਸੈਲਫ ਦੀ ਅਫੇਸਮੈਂਟ ਤੇ ਆਪਣੇ ਦੇ ਵਿੱਚ ਵੀ ਸੈਲਫ ਦੀ ਅਫੇਸਮੈਂਟ ਜਿਹੜੀ ਕਰਕੇ ਨਾ ਇੱਕ ਜਿਹੜਾ ਇੱਕ ਖਾਸ ਜਿਹੜੀ ਪੱਧਰ ਜਿਹੜੀ ਹੈਗੀ ਇੱਕ ਮਿਕਤਾ ਜਿਹੜੀ ਹੈਗੀ ਹੈ ਉਹਨੂੰ ਇਹਨਾਂ ਨੇ ਉਹਦੀ ਜਿਹੜੀ ਲੋੜ ਹੈਗੀ ਜਾਂ ਉਹਦਾ ਜਿਹੜਾ ਸੱਚ ਜਿਹੜਾ ਹੈਗਾ ਉਹਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ। ਤੇ ਇੱਕ ਇਹਨਾਂ ਦੀ ਨਜ਼ਮ ਉਹ ਫਿਲਸਤੀਨ ਦੇ ਵਿੱਚ ਇੱਕ ਕੁੜੀ ਜਿਹੜੀ ਹੈਗੀ ਉਹ ਬੰਬਾਂ ਦੇ ਖੋਲ ਦੇ ਵਿੱਚ ਨਾ ਫੁੱਲ ਲਗਾ ਰਹੀ। ਹਾਂਜੀ ਹਾਂਜੀ। ਤੇ ਇਸੇ ਤਰ੍ਹਾਂ ਇੱਕ ਹੋਰ ਨਜ਼ਮ ਹੈ ਜਿਹਦੇ ਵਿੱਚ ਉਹ ਤੋਪ ਵਾਲੀ ਜੀ ਚਿੜੀ ਦਾ ਆਲਣਾ ਬਣਾਉਂਦੀ, ਉਹ ਵੀ ਬਹੁਤ ਖੂਬਸੂਰਤ ਨਜ਼ਮ। ਹਾਂਜੀ ਹਾਂਜੀ। ਇੱਕ ਕਵਿਤਾ ਹੈ ਜੀ ਸੋਚ। ਫਿਲਸਤੀਨ ਸਰਹੱਦ ਤੇ ਇਕੱਠੀ ਕਰਦੀ ਰਹਿੰਦੀ ਸਬੀਹਾ ਅਬੂ ਰਹੀਮਾ, ਇਜ਼ਰਾਈਲੀ ਗੋਲਿਆਂ ਤੇ ਬੰਬਾਂ ਦੇ ਖੋਲ, ਮੈਰੀਗੋਲਡ, ਪਟੂਨੀਆ, ਡੇਲੀਆ, ਡੇਜ਼ੀ, ਲਬੋਨੀਆ, ਪੀਲੇ, ਬਲੰਬਰੀ, ਨੀਲੇ, ਲਾਲ, ਗੁਲਾਬੀ ਰੰਗਾਂ ਦੇ ਰੋਜ਼ ਉਗਾਉਂਦੀ ਰਹਿੰਦੀ ਫੁੱਲ ਖੋਲਾਂ ਵਿੱਚ। ਮਰ ਗਿਆ ਸੀ ਪੁੱਤਰ ਹਿਮਾ ਦਾ ਪਿਛਲੇ ਵਰੇ ਬੰਬਾਂ ਦੀ ਮਾਰ ਹੇਠ, ਬਰੂਦ ਦੀ ਆਵਾਜ਼ ਦਾ ਦਿੱਤਾ ਜਾ ਸਕਦਾ ਫੁੱਲਾਂ ਤੇ ਰੰਗਾਂ ਦੀ ਭਾਸ਼ਾ 'ਚ ਹੀ ਸੋਚ ਸਕਦੀ। ਬਹੁਤ ਅੱਛੀ। ਇਹਦੇ 'ਚ ਵੱਡੀ ਗੱਲ ਇਹ ਹੈ ਕਿ ਆਮ ਤੌਰ 'ਤੇ ਜਿਹੜਾ ਸਾਡਾ ਪੰਜਾਬੀ ਕਵੀ ਲਿਖਦਾ ਹੈ ਤੇ ਉਹ ਇਹਦੇ 'ਚ ਉਹ ਰੋਣ ਪਿੱਟਣ ਪਾ ਦਿੰਦਾ ਹੈ। ਉਹਦੇ 'ਚ ਬੀਤੇ ਨੂੰ ਵੇਖ ਕੇ ਤੇ ਉਹਦਾ ਬੀਤਿਆ ਜਿਹੜਾ ਆ ਉਹ ਵਰਤਮਾਨ ਦੇ ਨਾਲ ਕਹਿੰਦਾ ਨਹੀਂ, ਯਾਨੀ ਉਪਭਾਵਕਤਾ ਨਹੀਂ ਹੈਗੀ। ਹਾਂ ਬਿਲਕੁਲ ਬਿਲਕੁਲ। ਇਹ ਬਚਪਨ ਨੂੰ ਯਾਦ ਕਰਦੇ ਨੇ, ਜਿਸ ਤਰ੍ਹਾਂ ਉਹ ਕਵਿਤਾ ਜਿਹੜੇ ਆਪਣੇ ਉਸ ਸਰਹੱਦਾਂ ਦੇ ਟਾਈਮ 'ਚ ਇਹ ਆਪਣੇ ਪੁਰਾਣੇ ਪਿੰਡ ਜਾਂਦੇ ਨੇ, ਬਾਬਾ ਹੈ ਉੱਥੇ, ਸੁਪਨਿਆਂ ਦੇ ਵਿੱਚ ਉਹ ਪਿੱਤਰ ਆਉਂਦੇ ਨੇ। ਇਹ ਕਿਤੇ ਵੀ ਉੱਤੇ ਨਾ ਦੁੱਖ ਨਹੀਂ ਹੈ, ਇਹ ਕਵਿਤਾ ਨੂੰ ਵਿਚਾਰ 'ਚ ਲੈ ਕੇ ਜਿਹੜਾ ਅੱਜ ਦੇ ਮਾਨਵ ਨਾਲ ਅੱਜ ਦੇ ਬੰਦੇ ਰਿਲੇਟ ਕਰਦੇ ਇਹਨਾਂ ਦੀ ਕਵਿਤਾ ਦੀ ਬਹੁਤ ਵੱਡੀ ਸਿਫਤ ਹੈ ਕਿ ਇਹ ਕਵਿਤਾ ਬੀਤੇ ਨੂੰ ਲੈ ਕੇ ਤੁਰਦੀ ਹੈ, ਲੇਕਿਨ ਬੀਤੇ ਲਈ ਕਿਤੇ ਵੀ ਭਾਵੁਕਤਾ ਨਹੀਂ ਹੈ। ਤੇ ਜਿਹੜਾ ਅਸੀਂ ਮਹਿਜ਼ ਜਿਹੜਾ ਖਿਆਲ ਜਿਹੜਾ ਹੈਗਾ ਵਿਚਾਰ ਜਿਹੜਾ ਤੇ ਇਹ ਨਜ਼ਮਾਂ ਇਹੋ ਜਿਹਾ ਸਾਨੂੰ ਦੱਸਦੀਆਂ ਕਿ
ਡਰ ਲਾਗੇ ਆਉਂਦੇ ਆ। ਮੈਂ ਚਾਰ ਸਤਰਾਂ ਦੀਆਂ ਪੜ੍ਹਦਾ, ਮੈਂ ਹਾਂ ਚਾਰ ਸਤਰਾਂ ਦੀਆਂ ਪੜ੍ਹਦਾ ਨਹੀਂ। ਲੱਕੜ ਬੱਗਾ ਕੋਲ ਆਇਆ ਜਾਂ ਸ਼ਾਇਦ ਜੰਗਲ ਉਸ ਕੋਲ ਗਿਆ, ਬਹੁਤ ਅੱਛੀ। ਇਸ ਦਾ ਫੈਸਲਾ ਤਾਂ ਹੋਵੇਗਾ ਮਗਰੋਂ। ਇਹ ਪੱਕਾ ਲੱਕੜ ਬੱਗੇ ਤੋਂ ਨਹੀਂ, ਜੰਗਲ ਉਸ ਦੇ ਖੌਫ ਤੋਂ ਡਰਿਆ। ਬਹੁਤ ਅੱਛੀ। ਉਸ ਦੀ ਸਫੇਦ ਦਾੜੀ, ਮੁੱਛਾਂ, ਭਰਵੱਟਿਆਂ, ਰਿਮ ਲੈਸ ਫਰੇਮ ਦੀ ਐਨਕ ਵਿਚਲੀ ਨਜ਼ਰ, ਵਾਣੀ, ਵਿਚਾਰ, ਵਿਹਾਰ, ਸੋਚ ਤੋਂ ਡਰਿਆ। ਲੱਕੜ ਬੱਗਾ ਹੁੰਦਾ ਹੈ ਐਨ ਕੁੱਤੇ ਜਿਹਾ। ਕਿਆ ਖੂਬਸੂਰਤ ਸਤਰ ਹੈ। ਲੱਕੜ ਬੱਗਾ ਹੁੰਦਾ ਹੈ ਐਨ ਕੁੱਤੇ ਜਿਹਾ, ਕੱਲਾ ਪਛਾਣਨਾ ਔਖਾ ਹੈ, ਪਛਾਣਿਆ ਜਾਂਦਾ ਹੈ ਪਰ ਕੁੱਤਿਆਂ ਦੀ ਭੀੜ 'ਚ। ਡਾਕਟਰ ਸਾਹਿਬ, ਉਹ ਤੁਸੀਂ ਮਾਂ ਵਾਲੀ ਜਿਹੜੀ ਕਵਿਤਾ ਹੈ, ਕਿੱਲ ਵਾਲੀ, ਚੁਭਣ ਵਾਲੀ, ਹਾਂ ਪਲੀਜ਼ ਉਹਦਾ ਜੇ ਪਾਠ ਹੋ ਜੇ ਤਾਂ। ਉੱਥੇ ਲਿਜਾ ਰਹੇ ਹਾਂ ਮਾਂ, ਜਿੱਥੋਂ ਕਦੇ ਨਹੀਂ ਕੋਈ ਪਰਤਿਆ। ਉੱਥੇ ਲਿਜਾ ਰਹੇ ਹਾਂ ਮਾਂ, ਜਿੱਥੋਂ ਕਦੇ ਨਹੀਂ ਕੋਈ ਪਰਤਿਆ। ਨੁਆ ਧੁਆ ਲਪੇਟ ਕੋਰਾ ਕੱਪੜਾ, ਲੱਕੜੀ ਦੇ ਤਖਤੇ ਤੇ ਜਦ ਰਹੇ ਲਿਟਾ। ਦਿਸਿਆ ਤਿੱਖਾ ਕਿੱਲ ਬਾਹਰ ਨਿਕਲਿਆ। ਇਸ਼ਾਰੇ ਦੀ ਭਾਸ਼ਾ 'ਚ ਹੀ ਮੈਂ ਭਾਈ ਨੂੰ ਕਿਹਾ, ਧਿਆਨ ਨਾਲ ਦੇਖੀ ਕਿਤੇ ਚੁੱਭ ਨਾ ਜਾਵੇ। ਭਾਈ ਨੇ ਮੇਰੇ ਨਾਲ ਨਜ਼ਰਾਂ ਮਿਲਾ ਇਸ਼ਾਰੇ ਦੀ ਭਾਸ਼ਾ 'ਚ ਹੀ ਕਿਹਾ, ਫਿਕਰ ਨਾ ਕਰ, ਬਿਲਕੁਲ ਨਹੀਂ ਚੁੱਭਦਾ। ਜਿਉਂਦਿਆਂ ਤੇ ਮਰਿਆਂ ਦੀ ਭਾਸ਼ਾ 'ਚ ਕੀ ਸ਼ਬਦ ਚੁਭਣ ਦੀ ਚੋਭ ਹੁੰਦੀ ਇੱਕੋ ਜਿਹੀ। ਲੱਗਿਆ ਸਭ ਚੋਭਾਂ ਤੋਂ ਨਿਰਲੇਪ ਚਿਹਾ ਚਮਾ, ਕਰ ਰਹੀ ਅੱਗ ਦੇ ਸ਼ਬਦਾਂ ਨਾਲ ਡੂੰਘੀਆਂ ਗੱਲਾਂ। ਪਰ ਮੇਰੇ ਅੰਦਰ ਹਾਲੇ ਵੀ ਕੁਝ ਚੁੱਭ ਰਿਹਾ ਹੈ ਨਿਸ਼ਬਦ। ਉਹਦਾ ਮੈਂ ਉਹ ਪੜ੍ਹ ਕੇ ਸੁਣਾਉਂਗਾ। ਕਵਿਤਾ ਦਾ ਨਾਂ ਹੈ ਭੇਦ। ਬੱਚੇ ਪੁੱਛਿਆ, ਤਿਤਲੀ ਕੋਲ ਇੰਨੇ ਰੰਗ ਕਾਲੇ, ਪੀਲੇ, ਚਿੱਟੇ, ਨੀਲੇ, ਭੂਰੇ ਕਿੱਥੋਂ? ਬੱਚੇ ਨੇ ਪੁੱਛਿਆ, ਤਿਤਲੀ ਕੋਲ ਇੰਨੇ ਰੰਗ ਕਾਲੇ, ਪੀਲੇ, ਚਿੱਟੇ, ਨੀਲੇ, ਭੂਰੇ ਕਿੱਥੋਂ ਆਉਣ? ਪਤਾ ਨਹੀਂ ਕਿੱਥੋਂ ਆਈ ਆਵਾਜ਼। ਤਿਤਲੀ ਅਸਲ 'ਚ ਹੁੰਦਾ ਫੁੱਲ ਹੀ ਰੰਗ ਬਰੰਗਾ। ਬਹੁਤ ਅੱਛੇ, ਬਹੁਤ ਅੱਛੇ। ਤਿਤਲੀ ਅਸਲ 'ਚ ਹੁੰਦਾ ਹੈ ਫੁੱਲ ਹੀ ਰੰਗ ਬਰੰਗਾ, ਪੌਦੇ ਤੋਂ ਮੁਕਤ ਹੋ ਜੋ ਉੱਡਦਾ ਰਹਿੰਦਾ ਹਵਾਵਾਂ 'ਚ। ਬਹੁਤ ਅੱਛੀ, ਬਹੁਤ ਰਹਿੰਦਾ ਮੰਡਰਾਉਂਦਾ ਫੁੱਲਾਂ, ਫਲਾਂ, ਪੱਤਿਆਂ 'ਤੇ। ਹਰ ਥਾਂ ਤੋਂ ਤਰ੍ਹਾਂ ਤਰ੍ਹਾਂ ਦੇ ਰੰਗ ਕਸ਼ੀਦ ਲੱਭ ਰਿਹਾ ਹੁੰਦਾ ਹੈ ਆਪਣੀ ਜਨਮ ਭੋਏ। ਬਹੁਤ ਅੱਛੀ, ਬਹੁਤ ਲੱਭ ਰਿਹਾ ਹੁੰਦਾ ਆਪਣੀ ਜਨਮ। ਬਹੁਤ ਸ਼ਾਨਦਾਰ, ਬਹੁਤ ਸ਼ਾਨਦਾਰ। ਇਹ ਜਿਹੜੀ ਜਿਰਾਂਦ ਵਾਲੀ ਤੁਸੀਂ ਕਵਿਤਾ ਦੀ ਗੱਲ ਕੀਤੀ ਸੀਗੀ, ਉਹ ਜਿਹੜੀ ਸਿਵਲਾਈਜੇਸ਼ਨਲ ਜਿਹੜੀ ਸਾਰੀ ਜਿਹਨੂੰ ਅਸੀਂ ਕਹਿੰਦੇ ਹਾਂ ਪੈਰਾਡੌਕਸਿਸ ਨੇ, ਵਿਡੰਬਨਾਵਾਂ ਨੇ, ਉਹਦੇ ਬਾਰੇ। ਜਿਰਾਂਦ, ਰੁੱਖ ਜੋ ਕੱਲ ਸਿਰ ਚੁੱਕੀ ਖੜਾ ਸੀ, ਥੰਮ ਰੱਖਿਆ ਸੀ ਜਿਸ ਅਸਮਾਨ ਡਿੱਗਣੋਂ, ਹੋਇਆ ਪਿਆ ਉੱਪਰ ਧਾਰਾਸ਼ਾਹੀ। ਬਹੁਤ ਅੱਛੀ। ਰੁੱਖ ਜੋ ਕੱਲ ਸਿਰ ਚੁੱਕੀ ਖੜਾ ਸੀ, ਥੰਮ ਰੱਖਿਆ ਜਿਸ ਅਸਮਾਨ ਡਿੱਗਣੋਂ, ਹੋਇਆ ਪਿਆ ਧਰਤਪੁਰ ਧਾਰਾਸ਼ਾਹੀ। ਕੱਲ ਇਸ ਦਾ ਕੀ ਰੂਪ ਆਕਾਰ ਹੋਣਾ, ਲੱਕੜਹਾਰਾ ਜਾਣੇ ਜਾਂ ਟੇਸਾ ਜਾਂ ਕੁਹਾੜਾ। ਬਹੁਤ ਅੱਛੀ, ਬਹੁਤ ਅੱਛੀ। ਕੱਲ ਇਸ ਦਾ ਕੀ ਰੂਪ ਆਕਾਰ ਹੋਣਾ, ਲੱਕੜਹਾਰਾ ਜਾਣੇ ਟੇਸਾ ਜਾਂ ਕੁਹਾੜਾ। ਆਪਣੇ ਅੰਦਰ ਬੈਠੀ ਪਰਨੀਤੀ ਰੁੱਖ ਜਾਣਦਾ, ਪਰ ਉਸ ਨੂੰ ਮਨਾ ਇਸ ਬਾਰੇ ਕੋਈ ਰਾਏ ਦੇਣ। ਬਹੁਤ ਅੱਛੀ, ਬਹੁਤ ਉਸ ਨੂੰ ਬਹੁਤ ਮਨਾ ਹੈ ਇਸ ਬਾਰੇ ਕੋਈ ਰਾਏ ਦੇਣ। ਬਹੁਤ ਅੱਛੀ, ਬਹੁਤ ਵਧੀਆ ਕਵਿਤਾ। ਇੱਦਾਂ ਦੀ ਇੱਕ ਕਵਿਤਾ ਇੱਕ ਹੋਰ ਹੈ ਜਿਹੜੀ ਬਿਲਕੁਲ ਇਸੇ ਅੰਦਾਜ਼ ਦੀ, ਜਿਹੜੀ ਸਿਵਲਾਈਜੇਸ਼ਨਲ ਪੈਰਾਡੌਕਸਿਸ ਨੇ, ਹਾਂਜੀ, ਉਹਦੇ ਬਾਰੇ ਗੱਲ ਕਰਦੀ ਹੈ। ਨਹੀਂ, ਮੈਂ ਤੁਹਾਨੂੰ ਜਿਹੜੀ ਆਦ ਕਥਾ, ਆਦ ਕਥਾ। ਕਵਿਤਾ ਦਾ ਨਾਂ ਹੈ ਆਦ ਕਥਾ।
ਜੋ ਮੈਂ ਪ੍ਰਵਾਸੀ ਖੇਤ ਮਜ਼ਦੂਰਾਂ ਦੇ ਨਾਂ ਕੀਤੀ ਹੈ। ਕਈ ਦੀ ਕਹਾਣੀ ਓਨੀ ਹੀ ਪੁਰਾਣੀ, ਜਿੰਨਾ ਪੁਰਾਣਾ ਲੋਹਾ ਜਾਂ ਕਹੀ ਦੀ ਧਾਰ। ਕਹੀ ਦੀ ਕਹਾਣੀ ਓਨੀ ਹੀ ਪੁਰਾਣੀ, ਜਿੰਨਾ ਪੁਰਾਣਾ ਲੋਹਾ ਜਾਂ ਕਹੀ ਦੀ ਧਾਰ, ਜਾਂ ਦਸਤਾ ਕਹੀ ਦਾ ਪਤਾ ਨਹੀਂ ਕਿਸ ਲੱਕੜੀ ਦਾ। ਲੱਕੜੀ ਦਾ ਕਿਹੜਾ ਰੁੱਖ, ਜੰਗਲ ਦਾ ਕੀ ਪਤਾ। ਸਭ ਕੁਝ ਬਦਲ ਜਾਂਦਾ, ਲੋਹਾ, ਧਾਰ, ਲੱਕੜੀ, ਦਸਤਾ, ਪਰ ਜੇ ਨਹੀਂ ਬਦਲਤਾ ਤਾਂ ਉਹ ਹੈ ਹੱਥ ਕਿਰਤ ਦਾ। ਬਹੁਤ ਜੇ ਅੱਛਾ, ਨਹੀਂ ਬਹੁਤ ਬਦਲਦਾ ਤਾਂ ਉਹ ਹੈ ਹੱਥ ਕਿਰਤ ਬਹੁਤ ਦਾ। ਖੂਬਸੂਰਤ। ਮੈਨੂੰ ਨਾ ਇੱਕ ਤੁਹਾਡੀ ਨਜ਼ਮ ਜਿਹੜੀ ਹੈ ਨਾ ਉਹ ਪੜ੍ਹ ਕੇ ਮੈਨੂੰ ਲੱਗਾ ਵੀ ਜਿੱਦਾਂ ਗੁਰੂ ਨਾਨਕ ਦੇਵ ਨੇ ਆਰਤੀ ਹੈ ਨਾ, ਆਰਤੀ ਕੀਤੀ, ਆਰਤੀ, ਹਾਂਜੀ। ਖੰਜਰਾਂ ਚਰੀ ਆਰਤੀ, ਹਾਂਜੀ, ਹਾਂਜੀ। ਖੰਜਰਾਂ ਚਰੀ ਆਰਤੀ। ਇਸ ਤਰ੍ਹਾਂ ਦੀ ਇੱਕ ਇਹਦੀ ਨਜ਼ਮ ਹੈ ਰਿਪੋਰਟ ਤਾਜ। ਰਿਪੋਰਟ ਤਾਜ, ਹਾਂਜੀ। ਕੁਦਰਤ ਦੇ ਦ੍ਰਿਸ਼ ਜਿਹੜੇ ਹੈਗੇ ਆ, ਉਹਨਾਂ ਦੀ ਮਹਿਮਾ ਔਰ ਉਹਨਾਂ ਦਾ ਜਿਹੜਾ ਇੱਕ ਕਵੀ ਦੇ ਉੱਤੇ, ਮਨ ਦੇ ਉੱਤੇ ਜਿਹੜਾ ਇੱਕ ਸ਼ਾਂਤ ਪ੍ਰਭਾਵ ਜਿਹੜਾ ਪੈਂਦਾ ਹੈ ਜੀ, ਇੱਕ ਵਧੀਆ ਜਿਹੜਾ ਹਾਂ ਪੱਖੀ ਜਿਹੜਾ ਜਜ਼ਬਾ ਪੈਦਾ ਹੁੰਦਾ ਜ਼ਿੰਦਗੀ ਲਈ, ਬਿਲਕੁਲ। ਕੁਦਰਤ ਲਈ, ਬਿਲਕੁਲ ਜੀ, ਹੈ ਜੀ, ਵਾਤਾਵਰਨ ਲਈ। ਬਿਲਕੁਲ। ਬਹੁਤ ਅੱਛਾ ਮੈਨੂੰ ਲੱਗਾ ਇਹ ਉਸ ਨਜ਼ਮ ਦੇ ਵਿੱਚ। ਉਹਦੀਆਂ ਕੁਛ ਲਾਈਨਾਂ ਵੀ ਵੈਸੇ ਸੁਣਾਈਆਂ ਜਾ ਸਕਦੀਆਂ ਹਨ, ਹਾਂਜੀ। ਕਵਿਤਾ ਰਿਪੋਰਟ ਤਾਜ। ਨਵੇਂ ਸ਼ਿਲਾ ਲੇਖ ਤੇ ਪੁਰਾਤਨ ਲਿਪੀ ਨਾਲ ਨਵੇਂ ਰੂਪ 'ਚ ਹੁੰਦਾ ਹੈ ਪ੍ਰਤੀ ਦਿਨ ਇੱਕ ਗੈਰ ਰਸਮੀ ਉਦਘਾਟਨ। ਅਬਾਬੀਲਾਂ ਆਣ ਉਤਰਨ ਤ੍ਰਿਖਾ ਬੁਝਾਉਣ, ਤਿਤਲੀਆਂ ਫੁੱਲਾਂ ਦੇ ਰੰਗ ਬਰੰਗੇ ਪਰਾਗ ਜੀਰਣ, ਕੋਇਲਾਂ ਕੂਕਣ ਕਾਲ ਕਲੀਚੀਆਂ ਚਹਿਕਣ, ਚਿੜੀਆਂ ਤੇਜ਼ ਤਰਾਰ ਜਿਵੇਂ ਨਜ਼ਰ, ਕਦੇ ਇੱਥੇ ਕਦੇ ਉੱਥੇ ਥਾਂ ਪੁਰ ਥਾਂ ਹਰ ਨੁੱਕਰ, ਪਹਾੜੀ ਚਿੜੇ ਮੈਦਾਨੀ ਬਟੇਰ ਆ ਜਾਂਦੇ ਅਕਸਰ, ਹੁੰਦੀ ਰਹਿੰਦੀ ਨਿਰੰਤਰ ਚੀਂ ਚੀਂ ਟਰ ਟਰ, ਘੁੱਗੀਆਂ ਆ ਜਾਣ ਘੁੰਮਦੀਆਂ ਫਿਰਦੀਆਂ, ਤੁਰ ਆਉਣ ਉਹਨਾਂ ਪਿੱਛੇ ਗੋਲੇ ਚੀਨੇ ਕਬੂਤਰ, ਬਹੁਤ ਅੱਛੀ। ਹੁੰਦੀ ਰਹਿੰਦੀ ਗੁਟਰ ਗੂੰ ਕੂੰ ਕੂੰ ਸਰ ਸਰ, ਸਮਤਾਇਲ ਕੱਟ ਜਾਂਦੀ, ਸਮਤਲ ਆਇਤ ਕੱਟ ਜਾਂਦੀ, ਲਗਾਤਾਰ ਬੇਨਾਗਾ, ਧੁੱਪ ਨਾਲ ਧੀਰੇ ਧੀਰੇ ਐਨ ਵਿਚਕਾਰੋਂ, ਬਿਨਾਂ ਕਿਸੇ ਗਲਤੀ ਨਿਰਦੋਸ਼ ਨਿਰਵਿਕਾਰੋਂ, ਮੂਕ ਦਰਸ਼ਕ ਫੁੱਲ ਪੌਦੇ ਹਵਾ ਦੀ ਬੁੱਕੜ ਮਾਰ ਗੋਸ਼ਟ ਕਰਨ, ਹਰੇ ਪੀਲੇ ਭੂਰੇ ਬਲੰਬਰੀ ਕੰਦਮੀ ਬਦਾਮੀ ਰੰਗੇ ਬਹੁ ਬਰਨ, ਬਾਰੀਓਂ ਬਾਹਰ ਹੁੰਦਾ ਹੈ ਨਿਤ ਭਵਯ ਅਯੋਜਨ ਨਿਰਉਚੇਚ। ਬਹੁਤ ਅੱਛੀ ਕਵਿਤਾ, ਬਾਰੀਓਂ ਬਹੁਤ ਬਾਹਰ ਅੱਛੀ। ਹੁੰਦਾ ਹੈ ਨਿਤ ਭਵਯ ਆਯੋਜਨ ਨਿਰਉਚੇਚ। ਅੱਛਾ ਮਨਮੋਹਨ ਜੀ, ਤੁਹਾਡੀ ਕਵਿਤਾ ਹੈ ਜਿਹਦੇ ਵਿੱਚ ਤੁਸੀਂ ਸੰਤਰਾ ਤੇ ਜਿਹੜਾ ਕਿੰਨੂ ਹੈ ਨਾ, ਕਿੰਨੂ ਦਾ, ਹਾਂ, ਉਹ ਬੜਾ ਜਿਹੜਾ ਟਾਕਰਾ ਕੀਤਾ ਔਰ ਉਹਦਾ ਫਿਰ ਉਹਦੇ ਵਿੱਚ ਅਰਥ ਕੱਢਿਆ, ਅਰਥ ਕੱਢ- ਸਾਰੀ ਨਜ਼ਮ ਉਹ ਬੜੀ ਕਮਾਲ ਦੀ ਨਜ਼ਮ ਆ, ਉਹਦੀ ਬੜੀ ਵਿਲੱਖਣ ਨਜ਼ਮ ਆ ਉਹ। ਸਟਾਈਲ ਜਿਹੜੀ ਹੈ ਨਾ ਕਿੰਨੀ ਉਹ ਮਤਲਬ ਨਾ ਥੋੜੇ ਜਿਹੀ ਰਚ ਜਾਂਦੀ ਹੈ, ਮਤਲਬ ਹਾਂਜੀ। ਇੱਕਦਮ ਆਗਾਜ਼ ਕਰਾਉਂਦੀ ਹੈ ਜਿਹੜਾ ਉਹ ਯਾਨੀ ਕਿ ਸਮਕਾਲ ਨੂੰ ਤੁਸੀਂ ਕਿਵੇਂ ਉਹ ਉਠਾਉਣੇ ਹੋ ਤੇ ਕਿਸ ਤਰ੍ਹਾਂ ਉਹਨੂੰ ਫਿਨਿਸ਼ ਕਰਦੇ ਹੋ, ਲੈਵਲ ਤੇ ਲੈ ਕੇ ਹਨਾ? ਫਲਾਂ ਦੇ ਬਹਾਨੇ ਫਲਾਂ ਦੇ ਬਹਾਨੇ। ਕਰਦੇ ਹੋ। ਕੀ ਕਰਾਂ? ਨਜ਼ਮ ਦਾ ਨਾਂ ਹੈ ਕੀ ਕਰਾਂ। ਬਚੇ ਪਏ ਨੇ ਟੋਕਰੀ 'ਚ ਪਿਛਲੇ ਦਿਨੀ, ਖਰੀਦੇ ਫਲਾਂ 'ਚੋਂ ਇੱਕ ਸੰਤਰਾ ਤੇ ਕਿੰਨੂ। ਕਿੰਨੂ, ਬਹੁਤ ਅੱਛੀ। ਦੋਵੇਂ ਫਲਾਂ ਦੀ ਵਿਦਾ ਤੋਂ ਪਰਾਂ ਜਾ ਕੇ ਕਰ ਰਹੇ ਗੱਲਾਂ ਕਿਸੇ ਵਿਸ਼ੇਸ਼ ਭਾਸ਼ਾ 'ਚ। ਦੋਵੇਂ ਫਲਾਂ ਦੀ ਵਿਦਾ ਤੋਂ ਪਰਾਂ ਜਾ ਕੇ ਕਰ ਰਹੇ ਗੱਲਾਂ ਕਿਸੇ ਵਿਸ਼ੇਸ਼ ਭਾਸ਼ਾ 'ਚ। ਸੰਤਰਾ ਦੱਸ ਰਿਹਾ ਕਿ ਉਹ ਪਿੱਛੋਂ ਨਾਗਪੁਰ ਤੋਂ ਹੈ। ਹਰ ਸੰਤਰੇ ਦਾ ਰੰਗ ਵਿਸ਼ੇਸ਼ ਨਾਗਪੁਰੀ ਹੋਵੇ ਜ਼ਰੂਰੀ ਨਹੀਂ। ਕਿੰਨੂ ਕਹਿ ਰਿਹਾ ਮੈਂ ਹਾਂ ਫਿਰੋਜ਼ਪੁਰ ਵੱਲੋਂ, ਜਿੱਥੇ ਸਤਲੁਜ ਦੇ ਆਰ ਬਹੁਤ ਅੱਛੀ। ਹੁਸੈਨੀ ਵਾਲਾ ਤੇ ਸਤਲੁਜ ਦੇ ਪਾਰ ਬੁੱਲੇ ਸ਼ਾਹ ਦਾ ਮਜ਼ਾਰ। ਸਾਰਾ ਗੜੀ ਦੀਆਂ ਸਿਮਰਤੀਆਂ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਹੈ ਇਤਿਹਾਸ 'ਚ ਦਫਨ। ਬਹੁਤ ਅੱਛੀ। ਸੰਤਰਾ ਕਹਿ ਰਿਹਾ ਕਿੰਨੂ ਨੂੰ, ਤੂੰ ਬਹੁਤਾ ਆਪਣੇ ਰਸ ਤੇ ਰੰਗ ਤੇ ਗਰੂਰ ਨਾ ਕਰ। ਮੈਂ ਵੀ, ਤੂੰ ਵੀ ਮੇਰੇ ਚੋਂ ਹੀ ਨਿਕਲਿਆ ਜਿਵੇਂ ਹਿੰਦੂਆਂ ਚੋਂ ਸਿੱਖ। ਬਹੁਤ ਅੱਛੀ, ਬਹੁਤ। ਕਿੰਨੂ ਕਹਿ ਰਿਹਾ ਤੂੰ ਜਿਵੇਂ ਮਰਜ਼ੀ ਸਮਝ, ਲੋਕ ਮੈਨੂੰ ਤੇਥੋਂ ਵੱਧ ਕਰਦੇ ਪਸੰਦ ਅੱਜ ਕੱਲ੍ਹ।
ਬਹੁਤ ਅੱਛੀ। ਗੱਲਬਾਤ 'ਚ ਕਿੰਨੂ ਸੰਗ ਜੁੜਿਆ ਹਰਾ ਪੱਤਾ ਵੀ ਹਾਂ 'ਚ ਹਾਂ ਮਿਲਾ ਰਿਹਾ ਹੈ। ਬਹੁਤ ਕਿੰਨੂ ਬਹੁਤ ਦੇ ਕਮਾਲ, ਬਾਪ 'ਚ। ਬਹੁਤ ਬਹੁਤ ਕਮਾਲ। ਚਾਣਚੱਕ ਇਸ ਵਿਚਾਰ 'ਚੋਂ ਬਾਹਰ ਆਉਣਾ ਕਿਵੇਂ ਦੇ ਸਮੇਂ ਨੇ ਕਿ ਫਲਾਂ ਦੇ ਰੰਗ ਰੂਪ 'ਚੋਂ ਵੀ ਕਿਹੋ ਜਿਹੇ ਅਰਥ ਦਿਖਾਈ ਦੇ ਰਹੇ ਨੇ ਅੱਜ ਕੱਲ੍ਹ। ਆਪਣੇ ਆਪ 'ਤੇ ਸ਼ੱਕ ਕਰਾਂ ਜਾਂ ਹਾਲਾਤ 'ਤੇ, ਕਿੰਨੂ ਤੇ ਸੰਤਰੇ ਵਾਂਗ ਅੰਨੇ ਮੋੜ 'ਤੇ ਖੜਾ ਹਾਂ। ਬਹੁਤ ਅੱਛੀ, ਬਹੁਤ ਅੱਛੀ। ਕਿੰਨੂ ਤੇ ਸੰਤਰੇ ਵਾਂਗ ਬਹੁਤ ਅੱਛੀ। ਅੰਨੇ ਮੋੜ 'ਤੇ ਖੜਾ ਹਾਂ। ਇੱਕ ਹੋਰ ਸਮਕਾਲ ਨੂੰ ਸੰਬੋਧਨ ਇਹਨਾਂ ਦੀ ਕਵਿਤਾ ਸੀ ਮੇਰੇ ਨਾਂ ਤੇ ਨਹੀਂ। ਪਹਿਲੀ ਵਾਰ ਮੈਂ ਦਿੱਲੀ ਕਵੀ ਦਰਬਾਰ 'ਚ ਇਹ ਕਵਿਤਾ ਸੁਣੀ ਸੀ ਇਹਨਾਂ ਤੋਂ। ਇਹ ਵੀ ਬੜੀ ਇੱਕ ਕਮਾਲ ਦੇ ਮੈਟਾਫਰ ਇਹਨਾਂ ਨੇ ਇਹ ਵਰਤੇ ਨੇ, ਮੇਰੇ ਨਾਂ ਤੇ ਨਹੀਂ। ਜੇ ਡਾਕਟਰ ਸਾਹਿਬ ਇਹ ਮੇਰੀ ਬੜੀ ਪਸੰਦਾ ਕਵਿਤਾ ਹੈ, ਜੇ ਤੁਸੀਂ ਇਹਦੀਆਂ ਕੁਝ ਸਤਰਾਂ ਸੁਣਾ ਸਕੋ। ਪਹਿਲਾਂ ਸਾਰਿਆਂ ਨਾਲੋਂ ਪਹਿਲੀ ਔਰ ਮੈਂ ਪਹਿਲੀ ਵਾਰ ਇਹ ਦਿੱਲੀ ਕਵੀ ਦਰਬਾਰ ਤੇ ਸੁਣੀ ਸੀ ਇਹ ਕਵਿਤਾ। ਇਹ ਕਵਿਤਾ ਦਾ ਪਸ ਮੰਜ਼ਰ ਇਹ ਹੈ ਕਿ ਸ਼ੇਕਸਪੀਅਰ ਦਾ ਜਿਹੜਾ ਨਾਟਕ ਹੈ ਜੂਲੀਅਸ ਸੀਜ਼ਰ, ਹਾਂਜੀ, ਉਹਦੇ 'ਚ ਇੱਕ ਪਾਤਰ ਹੈ ਕਵੀ ਸਿੰਨਾ, ਪਰ ਉੱਥੇ ਇੱਕ ਹੋਰ ਵੀ ਸਿੰਨਾ ਹੈ ਜੋ ਸੀਜ਼ਰ ਦੀ ਹੱਤਿਆ ਦੀ ਸਾਜ਼ਿਸ਼ 'ਚ ਸ਼ਾਮਲ ਹੈ। ਸੋ ਇਸ ਦ੍ਰਿਸ਼ ਨੂੰ, ਇਸ ਪ੍ਰਸੰਗ ਨੂੰ ਲੈ ਕੇ ਮੈਂ ਕਵਿਤਾ ਲਿਖੀ, ਮੇਰੇ ਨਾਮ ਤੇ ਨਹੀਂ। ਮੈਂ ਸੱਚ ਕਹਿ ਰਿਹਾ ਹਾਂ, ਮੇਰਾ ਨਾਮ ਸਿੰਨਾ ਹੈ। ਭੀੜ ਦਾ ਪਹਿਲਾ ਆਦਮੀ ਕਹਿ ਰਿਹਾ ਹੈ, ਇਹ ਸਾਜ਼ਿਸ਼ੀ ਬੰਦਾ ਹੈ, ਕਰ ਦਿਓ ਇਹਨੂੰ ਟੋਟੇ ਟੋਟੇ। ਮੇਰਾ ਨਾਮ ਸਿੰਨਾ ਤਾਂ ਹੈ, ਪਰ ਮੈਂ ਕਵੀ ਸਿੰਨਾ ਹਾਂ। ਮੈਂ ਸਾਜ਼ਿਸ਼ੀ ਨਹੀਂ, ਸ਼ਬਦ ਸਾਧਕ ਸਿੰਨਾ ਹਾਂ। ਹੁਣ ਭੀੜ ਦਾ ਹਰ ਚੌਥਾ ਆਦਮੀ ਕਹਿ ਰਿਹਾ ਹੈ, ਆੜ ਦਿਓ ਇਹਦੀਆਂ ਦੇਸ਼ ਸਮਾਜ ਵਿਰੋਧੀ ਕਵਿਤਾਵਾਂ, ਜਿਵੇਂ ਪਾੜਿਆ ਢਿੱਡ ਸਿਰ ਮੱਥਾ ਇਹਦਾ। ਵਾਰ-ਵਾਰ ਹੱਥ ਜੋੜ ਕਰ ਰਿਹਾ ਬੇਨਤੀ, ਮੈਂ ਸਾਜ਼ਿਸ਼ੀ ਸਿੰਨਾ ਨਹੀਂ, ਕਵੀ ਸਿੰਨਾ ਹਾਂ। ਭੀੜ ਤਾਂ ਸਿਰਫ ਇੰਨਾ ਸਮਝਦੀ, ਸਿੰਨਾ ਉਸ ਨੂੰ ਹੀ। ਮਾਰ ਦਿਓ ਕਰਦੀ ਭੀੜ ਅੱਗੇ ਵੱਧਦੀ ਹੈ। ਭੀੜ ਦਾ ਮਕਸਦ ਸਮਝਣਾ ਨਹੀਂ ਹੁੰਦਾ, ਸਿਰਫ ਮਾਰ ਦੇਣਾ। ਬਹੁਤ ਅੱਛੇ, ਬਹੁਤ ਅੱਛੇ। ਦੇਖੋ ਕਿੰਨੀ ਗੱਲ ਭੀੜ ਦਾ ਮਕਸਦ ਸਮਝਣਾ ਨਹੀਂ ਹੁੰਦਾ, ਸਿਰਫ ਮਾਰ ਦੇਣਾ ਹੁੰਦਾ ਹੈ। ਭੀੜ 'ਚ ਰੌਲਾ ਉੱਠਿਆ ਇੱਕ ਵਾਰ ਫਿਰ, ਕੋਈ ਫਰਕ ਨਹੀਂ ਪੈਂਦਾ ਸਾਨੂੰ, ਇਹ ਹਰਾਮੀ ਹੀ ਸਿੰਨਾ ਹੈ। ਸੀਨਾ ਚੀਰ ਖਿੱਚ ਲਵੋ ਇਹਦਾ ਨਾਂ, ਕਰੋ ਕਿੱਸਾ ਤਮਾਮ, ਤਾਂ ਕਿ ਮੁੜ ਕੋਈ ਲਿਖ ਨਾ ਸਕੇ ਕਦੇ ਕਵਿਤਾ, ਤਾਂ ਕਿ ਮੁੜ ਕੋਈ ਲਿਖ ਨਾ ਸਕੇ ਕਦੇ ਕਵਿਤਾ। ਬਹੁਤ ਖੂਬਸੂਰਤ, ਬਹੁਤ ਕਮਾਲ ਦੀ ਇਹ ਕਵਿਤਾ ਸੀ। ਇਹ ਇੱਕ ਦ੍ਰਿਸ਼ਵਿਮ ਕਵਿਤਾ ਹੈ। ਕਰੋਨਾ ਕਾਲ 'ਚ ਘਰਬੰਦੀ ਦੇ ਦਿਨਾਂ ਬਾਰੇ ਸੋਚਦੇ ਹਾਂ। ਸ਼ਹਿਰ ਨੇ ਪਹਿਨ ਲਿਆ ਚਿਹਰੇ ਉੱਤੇ ਨਕਾਬ, ਸ਼ਹਿਰ ਨੇ ਪਹਿਨ ਲਿਆ ਚਿਹਰੇ ਉੱਤੇ ਨਕਾਬ, ਜਾਂ ਨਕਾਬ ਉੱਪਰ ਚਿਹਰਾ। ਨਕਾਬੀ ਚਿਹਰੇ ਖੌਫਜਦਾ, ਨਕਾਬੀ ਚਿਹਰੇ ਖੌਫਜਦਾ, ਬੰਦਿਆਂ ਨੂੰ ਸੁੰਘਿਆ ਸਭ, ਘੇਸਲ ਮਾਰ ਗਈਆਂ ਸੜਕਾਂ। ਕਿੰਨੇ ਸੋਹਣੇ ਸ਼ਬਦ ਨੇ, ਘੇਸਲ ਮਾਰ ਗਈਆਂ ਸੜਕਾਂ। ਸੱਪ ਪਹਿਲਾਂ ਹੀ ਨਹੀਂ ਸੀ ਸੁਣਦੇ, ਸੜਕਾਂ ਨੂੰ ਵੀ ਹੋ ਗਿਆ ਬੰਦ ਦਿਸਣਾ। ਕਦੇ ਦੂਰ ਕਿਤੇ ਸਾਇਰਨ ਵੱਜਦਾ ਸੁਣਦਾ, ਪੁਲਿਸ, ਐਂਬੂਲੈਂਸ ਜਾਂ ਫਾਇਰ ਬ੍ਰਿਗੇਡ। ਸਾਰੀਆਂ ਆਵਾਜ਼ਾਂ ਜਾਪਣ ਇੱਕੋ ਜਿਹੀਆਂ। ਸਿਮਟੀ ਸਹਿਮੀ ਬੈਠੇ ਮਕਾਨ ਆਪਣੇ ਅੰਦਰ, ਅਦਿੱਖ ਅੱਖਾਂ ਦੀ ਗਸ਼ਤ, ਨਿਗਰਾਨੀ ਨਿਰੰਤਰ। ਅਪਰਾਧੀ ਮਰੀਜ਼ ਹੋ ਗਏ, ਮਰੀਜ਼ ਅਪਰਾਧੀ। ਸੁਬਹ ਸਵੇਰੇ ਪ੍ਰਕਟੀਆਂ ਅਖਬਾਰਾਂ, ਫੈਲਾ ਜਾਂਦੀਆਂ ਅੰਕੜਿਆਂ ਦੀਆਂ ਡਾਰਾਂ। ਮੌਤਾਂ ਦੀ ਰੇਖਾ ਹੁੰਦੀ ਜਾਂਦੀ ਹਰ ਰੋਜ਼ ਹੋਰ ਤਿੱਖੀ। ਬੰਦਾ ਪਰਿੰਦਾ ਇਸ ਦੇ ਪੱਧਰੀ ਹੋਣ ਨੂੰ ਉਡੀਕ ਰਿਹਾ। ਅਦਿੱਖ ਵਿਸ਼ਾਣੂ ਵਾਂਗ ਅੱਜ ਕੱਲ੍ਹ ਸ਼ਹਿਰ ਨੂੰ ਹਰ ਵੇਲੇ, ਹਰ ਪਾਸੇ, ਹਰ ਥਾਂ ਦਿਸਦਾ ਇੱਕੋ ਚਿਹਰਾ ਚਲਾ ਰਿਹਾ। ਸਮਿਆਂ ਦਾ ਦ੍ਰਿਸ਼ ਕਿੰਨੀ ਤੇਜ਼ੀ ਨਾਲ ਬਦਲ ਰਿਹਾ। ਅਜੀਬ ਬਿੰਬਾਂ ਪ੍ਰਤਿਬਿੰਬਾਂ 'ਚ ਕਿਸ ਤਰ੍ਹਾਂ ਰਹੱਸ। ਪਾਠਕ ਵਾਂਗ ਕਿਤਾਬ ਦੀ ਵੀ ਹੁੰਦੀ ਮਰਜ਼ੀ, ਕਦੋਂ ਕਿਵੇਂ ਕਿੱਥੇ ਕਿਸ ਕੋਲੋਂ ਪੜ੍ਹ ਹੋਣਾ।
ਪਾਠਕ ਵਾਂਗ ਕਿਤਾਬ ਦੀ ਵੀ ਹੁੰਦੇ ਮਰਜ਼ੀ, ਕਦੋਂ ਕਿਵੇਂ ਕਿੱਥੇ ਕਿਸ ਕੋਲੋਂ ਪੜ੍ਹ ਹੋਣਾ। ਪਾਠਕ ਘੜ ਲਵੇ ਕਿੰਨੀਆਂ ਤਰਕੀਬਾਂ, ਪੜ੍ਹਨੀ ਹੀ ਪੜ੍ਹਨੀ ਇਹ ਕਿਤਾਬ, ਪਰ ਪੜ੍ਹੇ ਜਾਣਾ ਹੁੰਦਾ ਜਦੋਂ ਉਦੋਂ ਹੀ ਆਪਣਾ ਆਪ ਪੜ੍ਹਾਉਂਦੀ ਕਿਤਾਬ। ਬਹੁਤ ਅੱਛੀ। ਪਰ ਪੜ੍ਹੇ ਜਾਣਾ ਹੁੰਦਾ ਜਦੋਂ ਉਦੋਂ ਹੀ ਆਪਣਾ ਆਪ ਪੜ੍ਹਾਉਂਦੀ ਕਿਤਾਬ। ਸੋਚਿਆ ਹੁੰਦਾ ਕਿ ਹੱਥਲੀ ਕਿਤਾਬ ਦਿਨਾਂ 'ਚ ਹੀ ਪੜ੍ਹ ਦੇਣੀ, ਕਿ ਹੋਰ ਕੰਮ ਆ ਪੈਂਦੇ ਕਈ ਰਹਿ ਜਾਂਦੀ ਅੱਧ ਵਿਚਾਲੇ ਹੀ। ਕਿਸੇ ਦਿਨ ਅਚਾਨਕ ਹੱਥ ਲੱਗ ਜਾਂਦੀ ਇੱਕ ਹੋਰ ਕਿਤਾਬ, ਜੋ ਕਿਤੇ ਬਹੁਤ ਦੂਰੋਂ ਸੰਬੰਧਿਤ ਹੁੰਦੀ ਉਸ ਕਿਤਾਬ ਨਾਲ, ਲੰਬਤ ਪਈ ਹੁੰਦੀ ਜੋ ਪਤਾ ਨਹੀਂ ਕਿੰਨੇ ਦਿਨਾਂ ਤੋਂ, ਜਿਵੇਂ ਅਚਾਨਕ ਮਿਲ ਜਾਵੇ ਕੋਈ ਭੁੱਲਿਆ ਵਿਸਰਿਆ ਪ੍ਰੇਮ। ਕਿਤਾਬ ਪੜ੍ਹਨਾ ਤੇ ਪ੍ਰੇਮ ਕਰਨ ਦੇ ਸੰਯੋਗ ਪੂਰੇ ਨਿਸ਼ਚਿਤ, ਸਮਝ ਨਹੀਂ ਸਕਿਆ ਕੋਈ ਅੱਜ ਤੱਕ ਇਹ ਅਧਿਆਤਮ। ਬਹੁਤ ਅੱਛੀ। ਸਮਝ ਨਹੀਂ ਸਕਿਆ ਕੋਈ ਅੱਜ ਤੱਕ ਇਹ ਅਧਿਆਤਮ। ਦੋਸਤੋ, ਅੱਜ ਬਹੁਤ ਵਧੀਆ ਵਿਚਾਰ ਚਰਚਾ ਹੋਈ ਕਲਪ ਵਿਰਖ ਦੀ ਅਧੂਰੀ ਪਰੀ ਕਥਾ ਕਿਤਾਬ ਤੇ ਮੈਂ ਸਾਰੇ ਦੋਸਤਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਇੰਨੇ ਟਾਈਮ ਤੱਕ ਦੇਖਿਆ ਸੁਣਿਆ। ਤੇ ਮੇਰੇ ਮਹਿਮਾਨ ਦੋਸਤਾਂ ਦਾ ਗੁਲ ਚੌਹਾਨ ਜੀ ਤੇ ਗੁਰਦੇਵ ਚੌਹਾਨ ਜੀ ਦਾ ਬਹੁਤ ਧੰਨਵਾਦ ਕਿ ਉਹਨਾਂ ਨੇ ਬੜੀ ਸਾਰਥਕ ਗੱਲਬਾਤ ਕੀਤੀ। ਤੇ ਡਾਕਟਰ ਮਨਮੋਹਨ ਜੀ ਦਾ ਵੀ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਦੀ ਪੁਸਤਕ ਦੇ ਰੂਬਰੂ ਕਰਵਾਇਆ ਕਿ ਇਸ ਦਾ ਇੱਕ ਨਵਾਂ ਕਾਵਿ ਸ਼ਾਸਤਰ ਅੱਜ ਦੀ ਕਵਿਤਾ ਵਿੱਚ ਉਸਾਰਿਆ ਗਿਆ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਸੋ ਅੱਜ ਦੇ ਸਾਹਿਤ ਦੇ ਸੰਗ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਗਈ ਮਨਮੋਹਨ ਜੀ ਉਹਨਾਂ ਦੀ ਜਿਹੜੀ ਕਾਵਿ ਪੁਸਤਕ ਹੈ ਉਸ ਦੇ ਉੱਤੇ। ਕਲਪ ਬਿਰਖ ਦੀ ਅਧੂਰੀ ਪਰੀ ਕਥਾ। ਅਸਲ ਦੇ ਵਿੱਚ ਅਧੂਰਾਪਣ ਜ਼ਿੰਦਗੀ ਦੇ ਵਿੱਚ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹੈ ਅਤੇ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਇਸ ਨੂੰ ਪੂਰਾ ਕੀਤਾ ਜਾਵੇ ਅਤੇ ਇਸ ਨੂੰ ਪੂਰਾ ਕਰਨ ਦੇ ਲਈ ਉਹ ਰਾਹ ਲੱਭਦਾ ਹੈ, ਕੋਈ ਕਲਮ ਦਾ ਰਾਹ ਲੱਭਦਾ ਹੈ ਅਤੇ ਕੋਈ ਹੋਰ ਰਾਹ ਲੱਭਦਾ। ਸੋ ਅੱਜ ਬੜੀ ਨਿੱਠ ਕੇ ਗੱਲਬਾਤ ਹੋਈ ਅਤੇ ਖਾਸ ਤੌਰ 'ਤੇ ਜੇਕਰ ਕਰੀਏ ਗੁਲ ਚੌਹਾਨ ਜੀ, ਗੁਰਦੇਵ ਚੌਹਾਨ ਅਤੇ ਜਗਦੀਪ ਸਿੱਧੂ ਜੀ ਉਹਨਾਂ ਦੇ ਵੱਲੋਂ ਮਨਮੋਹਨ ਜੀ ਜਿਹੜੀਆਂ ਰਚਨਾਵਾਂ ਨੇ ਉਹਦੇ ਬਾਰੇ ਗੱਲਬਾਤ ਕੀਤੀ ਆ। ਉਮੀਦ ਕਰਦਾ ਕਿ ਦਰਸ਼ਕਾਂ ਨੇ ਵੀ ਇਸ ਪੂਰੀ ਜੋ ਗੱਲਬਾਤ ਉਸ ਦਾ ਆਨੰਦ ਮਾਣਿਆ ਹੋਵੇਗਾ। ਸੋ ਇਸੇ ਤਰ੍ਹਾਂ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਸਾਹਿਤਕਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਜਦ ਤੱਕ ਮੈਨੂੰ ਕਰਨਵੀਰ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।